morning, students. Today we will discuss our new chapter number 7, permutation and combination. Permutation. First, we will discuss about permutation and combination. Permutation, arrangement of a number of objects in a definite order. ठीक है, arrangement of a number of objects in a definite order, कि किसी भी नंबर ਦੀ ਅਰੇਂਜਮੈਂਟ ਨੂੰ ਠੀਕ ਹੈ ਔਰ ਡੈਫੀਨੇਟ ਆਰਡਰ ਦੇ ਵਿੱਚ ਜਦੋਂ ਆਪਾਂ ਉਹਨੂੰ ਲਗਾਉਂਦੇ ਆ ਤਾਂ ਉਹ ਆਪਣੇ ਕੋਲ ਪਰਮੂਟੇਸ਼ਨ ਹੁੰਦੀ ਹੈ। ਪਰਮੂਟੇਸ਼ਨ ਕਿਵੇਂ ਦੇਖੋ, ਮੰਨ ਲਓ ਤੁਹਾਨੂੰ ਮੈਂ ਕੋਈ 3 ਡਿਜਿਟਸ ਦਿੱਤੇ ਹੋਏ, ਮੰਨ ਲਓ ਤੁਹਾਨੂੰ ਮੈਂ 4 ਡਿਜਿਟਸ ਦਿੱਤੇ ਆ, ਮੰਨ ਲਓ 1 2 3 4 ਠੀਕ ਹੈ। ਤੁਸੀਂ ਇਹਦੇ ਨਾਲ 3 ਡਿਜਿਟ ਨੰਬਰ ਬਣਾਉਣਾ ਇੱਕ, ਇਹਨਾਂ 4 ਨੰਬਰਸ ਨੂੰ ਯੂਜ਼ ਕਰਦੇ ਹੋਏ ਤੁਸੀਂ 3 ਡਿਜਿਟ ਨੰਬਰ ਜਿਹੜਾ ਹੈ ਉਹ ਬਣਾਉਣਾ, ਤਾਂ ਉਹਦੇ ਲਈ ਕਿੰਨੇ ਨੰਬਰ ਆਫ ਵੇਜ਼ ਹੋਣਗੇ ਜਾਂ ਕਿੰਨੇ ਡਿਜਿਟਸ ਇਹੋ ਜਿਹੇ ਨੰਬਰ ਬਣ ਜਾਣਗੇ ਜਿਹੜੇ ਕਿ ਇਹ ਨੰਬਰਸ ਨੂੰ ਯੂਜ਼ ਕਰਕੇ ਆਪਾਂ ਬਣਾ ਸਕਦੇ ਹਾਂ। ਜਿਵੇਂ ਤੁਸੀਂ ਮੰਨ ਲਓ 1 2 3 ਬਣਾਤਾ, ਠੀਕ ਹੈ, ਫਿਰ 1 3 2 ਬਣ ਗਿਆ ਆਪਣਾ ਨੰਬਰ। ਤਾਂ ਇਹ ਜਿਹੜਾ ਪਰਮੂਟੇਸ਼ਨ ਹੈ ਇਸ ਵਾਸਤੇ ਯੂਜ਼ ਹੁੰਦਾ ਹੈ ਕਿਉਂਕਿ ਦੇਖੋ ਜੇ ਆਪਾਂ ਇਸ ਤਰ੍ਹਾਂ ਬਾਕਸਿਸ ਦੇ ਵਿੱਚ ਅਲੱਗ-ਅਲੱਗ ਨੰਬਰ ਬਣਾ ਕੇ ਦੇਖਾਂਗੇ ਤਾਂ ਬਹੁਤ ਟਾਈਮ ਵੀ ਲੱਗੇਗਾ। ਤਾਂ ਇਹਦੇ ਲਈ ਜੋ ਫਾਰਮੂਲਾ ਯੂਜ਼ ਹੋਇਆ ਜਾਂ ਜੋ ਵੀ ਆਪਣੇ ਕੋਲ ਕੋਟੇਸ਼ਨ ਯੂਜ਼ ਹੁੰਦੀ ਹੈ ਦੈਟ ਇਜ਼ ਪਰਮੂਟੇਸ਼ਨ। ਠੀਕ ਹੈ, ਅਰੇਂਜਮੈਂਟ ਆਫ ਏ ਨੰਬਰ ਆਫ ਆਬਜੈਕਟਸ ਇਨ ਏ ਡੈਫੀਨਿਟ ਆਰਡਰ। ਠੀਕ ਹੈ, ਇੱਕ ਡੈਫੀਨਿਟ ਆਰਡਰ ਦੇ ਵਿੱਚ ਜਦੋਂ ਆਪਾਂ ਨੰਬਰ ਆਫ ਵੇਜ਼ ਕਿਸੇ ਵੀ ਨੰਬਰ ਨੂੰ ਅਰੇਂਜ ਕਰਨ ਦੇ ਲਈ ਨੰਬਰ ਆਫ ਵੇਜ਼ ਫਾਈਂਡ ਆਊਟ ਕਰਦੇ ਹਾਂ, ਉਹ ਪਰਮੂਟੇਸ਼ਨ ਹੁੰਦੀ ਹੈ। ਠੀਕ ਹੈ, ਕਿ ਕਿੰਨੇ ਤਰ੍ਹਾਂ ਨਾਲ ਆਪਾਂ ਇਹ ਨੰਬਰ ਨੂੰ ਬਣਾ ਸਕਦੇ ਹਾਂ। ਮੰਨ ਲਓ ਤੁਹਾਡੇ ਕੋਲ 3 ਅਲਫਾਬੈਟਸ ਆ, ਠੀਕ ਹੈ, ਜਿਵੇਂ ਤੁਹਾਡੇ ਕੋਲ ਕੋਈ ਵਰਡ ਹੈ ਡੌਗ, ਠੀਕ ਹੈ, ਤਾਂ ਮੈਂ ਤੁਹਾਨੂੰ ਕਹਤਾ ਕਿ DOG, ਤਾਂ ਇਹਨੂੰ ਤੁਸੀਂ ਹੋਰ ਕਿੰਨੇ ਵੇਜ਼ ਨਾਲ ਲਿਖ ਸਕਦੇ ਹੋ ਕਿ ਆਪਣੇ ਕੋਲ ਨਵੇਂ ਵਰਡਸ ਨਿਊ ਵਰਡ ਬਣੇ। ਠੀਕ ਹੈ ਜੀ, ਤਾਂ ਜਿਵੇਂ DOG ਹੋ ਗਿਆ ਜਾਂ GOD ਵੀ ਲਿਖ ਸਕਦੇ ਹੋ ਤੁਸੀਂ। ਤਾਂ ਕਿੰਨੇ ਨੰਬਰ ਆਫ ਵੇਜ਼ ਹੈ ਕਿ ਆਪਾਂ ਉਸ ਨੰਬਰ ਨੂੰ ਬਣਾ ਸਕਦੇ ਹਾਂ। ਕੋਈ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਡਿਜਿਟ ਤੋਂ ਨੰਬਰ ਬਣਾ ਸਕਦੇ ਹਾਂ, ਉਵੇਂ ਅਲਫਾਬੈਟ ਦੇ ਵਿੱਚ ਨੰਬਰ ਆਫ ਵੇਜ਼ ਫਾਈਂਡ ਆਊਟ ਕਰਨ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਪਰਮੂਟੇਸ਼ਨ। ਔਰ ਪਰਮੂਟੇਸ਼ਨ ਦਾ ਕੀ ਫਾਰਮੂਲਾ ਹੁੰਦਾ, ਪਰਮੂਟੇਸ਼ਨ ਨੂੰ ਆਪਾਂ ਕਿਵੇਂ ਲਿਖਦੇ ਹਾਂ, ਕਿਵੇਂ ਖੋਲਦੇ ਹਾਂ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਸਿਰਫ ਆਪਾਂ ਹੁਣ ਡੈਫੀਨੇਸ਼ਨ ਹੀ ਇਹਦੀ ਕਰਨੀ ਹੈ ਕਿ ਪਰਮੂਟੇਸ਼ਨ ਕੀ ਹੁੰਦਾ, ਅਰੇਂਜਮੈਂਟ ਆਫ ਏ ਨੰਬਰ ਆਫ ਆਬਜੈਕਟਸ ਇਨ ਏ ਡੈਫੀਨਿਟ ਆਰਡਰ। ਠੀਕ ਹੈ ਜੀ, ਕੋਈ ਵੀ ਆਪਾਂ ਤੁਹਾਨੂੰ 4 ਮੰਨ ਲਓ 4 ਅਲਫਾਬੈਟ ਲੈ ਲਓ ਤੁਸੀਂ, ਕੋਈ ਵੀ ਜਿਵੇਂ ਕਾਈਟ, ਤੁਹਾਡੇ ਕੋਲ ਵਰਡ ਕਾਈਟ, ਤਾਂ ਤੁਹਾਨੂੰ ਕਹਿ ਦੇਣਗੇ ਕਿ ਇਹਦੇ ਜਿਹੜੇ ਅਲਫਾਬੈਟਸ ਹੈ ਉਹਨੂੰ ਰੀਅਰੇਂਜ ਕਰਕੇ, ਮੀਨਸ ਕਿ ਜਿਵੇਂ I ਪਹਿਲਾਂ ਲਿਖਤਾ, ਫਿਰ K ਲਿਖਤਾ, T ਲਿਖਤਾ, E, ਇਹ ਜੇ ਤੁਸੀਂ ਕਿੰਨੇ ਨਿਊ ਵਰਡ ਬਣਾ ਸਕਦੇ ਹੋ, ਤਾਂ ਨੰਬਰ ਆਫ ਵੇਜ਼ ਹੋ ਗਏ। ਉਸ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਪਰਮੂਟੇਸ਼ਨ। ਠੀਕ ਹੈ, ਆਈ ਹੋਪ ਦਿਸ ਇਜ਼ ਕਲੀਅਰ। ਠੀਕ ਹੈ, ਨਾਓ ਕੰਬੀਨੇਸ਼ਨ। ਕੰਬੀਨੇਸ਼ਨ ਕੀ ਹੁੰਦਾ, ਸਿਲੈਕਸ਼ਨ ਆਫ ਏ ਨੰਬਰ ਆਫ ਆਬਜੈਕਟਸ। ਜਦੋਂ ਆਪਾਂ ਕਿਸੇ ਵੀ ਆਬਜੈਕਟਸ ਦੀ ਸਿਲੈਕਸ਼ਨ ਕਰਦੇ ਹਾਂ, ਸਿਲੈਕਟ ਕਰਦੇ ਹਾਂ ਕੋਈ ਨੰਬਰ, ਤਾਂ ਆਪਾਂ ਕੰਬੀਨੇਸ਼ਨ ਯੂਜ਼ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਕਹਿਦਾ ਕਿ 52 ਕਾਰਡਸ ਆਪਣੇ ਕੋਲ ਹੈ, ਠੀਕ ਹੈ, ਪਲੇਇੰਗ ਕਾਰਡਸ ਹੈ, ਉਹਦੇ ਵਿੱਚੋਂ ਤੁਸੀਂ ਕੋਈ 3 ਕਾਰਡਸ ਚੂਜ਼ ਕਰਨੇ ਆ, ਤਾਂ ਇਹ ਆਪਣੀ ਕੀ ਹੋਗੀ, ਸਿਲੈਕਸ਼ਨ ਹੋ ਗਈ। ਠੀਕ ਹੈ ਜੀ, ਮੰਨ ਲਓ ਤੁਹਾਡੀ ਕਲਾਸ ਦੇ ਵਿੱਚ 10 ਸਟੂਡੈਂਟਸ ਆ, 10 ਸਟੂਡੈਂਟ ਦੇ ਵਿੱਚ ਤੁਸੀਂ ਕੋਈ 2 ਸਟੂਡੈਂਟਸ ਮਤਲਬ ਕਿ ਤੁਸੀਂ ਸਿਲੈਕਟ ਕਰਨੇ ਆ, ਤਾਂ ਉਹਦੇ ਲਈ ਆਪਾਂ ਕੀ ਯੂਜ਼ ਕਰਾਂਗੇ, ਕੰਬੀਨੇਸ਼ਨ। ਤਾਂ ਪਰਮੂਟੇਸ਼ਨ ਔਰ ਕੰਬੀਨੇਸ਼ਨ ਦੇ ਵਿੱਚ ਮੇਨ ਡਿਫਰੈਂਸ ਇਹੀ ਹੈ ਕਿ ਪਰਮੂਟੇਸ਼ਨ ਅਰੇਂਜਮੈਂਟ ਲਈ ਯੂਜ਼ ਹੁੰਦਾ ਔਰ ਕੰਬੀਨੇਸ਼ਨ ਸਿਲੈਕਸ਼ਨ ਲਈ। ਜਦੋਂ ਆਪਾਂ ਨੂੰ ਕਾਫੀ ਨੰਬਰਸ ਦਿੱਤੇ ਹੋਣ, ਉਹਦੇ ਵਿੱਚੋਂ ਕੋਈ 2 ਨੰਬਰ ਸਿਲੈਕਟ ਕਰਨੇ, ਠੀਕ ਹੈ ਜੀ, ਤਾਂ ਆਪਾਂ ਸਿਲੈਕਸ਼ਨ ਲਈ ਕੀ ਯੂਜ਼ ਕਰਦੇ ਹਾਂ, ਕੰਬੀਨੇਸ਼ਨ ਯੂਜ਼ ਕਰਦੇ ਹਾਂ। ਆਪਾਂ ਨੂੰ ਜਦੋਂ ਆਪਾਂ ਐਗਜ਼ਾਮਪਲਸ ਕਰਾਂਗੇ ਨਾ, ਸਮ ਕਰਾਂਗੇ, ਤਾਂ ਆਪਾਂ ਨੂੰ ਹੋਰ ਕਲੀਅਰ ਹੋ ਜਾਏਗਾ। ਠੀਕ ਹੈ, ਤਾਂ ਇਹ ਜਿਹੜਾ ਆਪਣਾ ਟੌਪਿਕ ਹੈ ਪਰਮੂਟੇਸ਼ਨ ਐਂਡ ਕੰਬੀਨੇਸ਼ਨ, ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਕਿਉਂਕਿ +2 ਦੇ ਵਿੱਚ ਵੀ, ਠੀਕ ਹੈ, ਔਰ ਹਾਇਰ ਕਲਾਸਿਸ ਦੇ ਵਿੱਚ ਵੀ ਤੁਹਾਨੂੰ ਪਰਮੂਟੇਸ਼ਨ ਔਰ ਕੰਬੀਨੇਸ਼ਨ ਦੇ ਸਮ ਮਿਲਣਗੇ। ਪਰਮੂਟੇਸ਼ਨ ਕੰਬੀਨੇਸ਼ਨ ਤੁਹਾਡਾ
+2 ਦੇ ਵਿੱਚ ਪ੍ਰੋਬੇਬਿਲਿਟੀ ਚੈਪਟਰ ਆ, ਉਹਦੇ ਵਿੱਚ ਵੀ ਯੂਜ਼ ਹੋਣਾ, ਠੀਕ ਹੈ ਜੀ। ਇਹ +1 ਦੇ ਵਿੱਚ ਵੀ ਆ। ਤਾਂ ਤੁਸੀਂ ਇਹਨੂੰ ਡੀਪਲੀ ਨਾਲ ਕਰਨਾ ਹੈ। ਕੁਛ ਕੁ ਜਿਹੜੇ ਇਹਦੇ ਆਪਾਂ ਨੂੰ ਟੌਪਿਕਸ ਹੈ, ਸਬ ਟੌਪਿਕਸ ਕਹਿ ਸਕਦੇ ਹਾਂ, ਉਹ ਜਿਹੜਾ ਨਿਊ ਸਿਲੇਬਸ ਆਇਆ ਉਹਦੇ ਵਿੱਚ ਨਹੀਂ ਹੈ। ਮੀਨਸ ਕਿ ਥੋੜ੍ਹਾ ਜਿਹਾ ਜਿਹੜਾ ਸਿਲੇਬਸ ਹੈ ਰਿਡਿਊਸ ਕੀਤਾ ਗਿਆ, ਬਟ ਆਪਾਂ ਜਿਹੜਾ 7 ਚੈਪਟਰ ਆ ਪੂਰਾ ਕਰਨਾ ਹੈ, ਕਿਉਂਕਿ ਇਹ ਇੱਕ ਇੰਪੋਰਟੈਂਟ ਚੈਪਟਰ ਹੈ। ਮੈਂ ਪਹਿਲਾਂ ਵੀ ਕਿਹਾ ਤੁਹਾਨੂੰ +2 ਦੇ ਵਿੱਚ ਪ੍ਰੋਬੇਬਿਲਿਟੀ ਕਰਨ ਲਈ ਤੁਹਾਨੂੰ ਬਹੁਤ ਹੀ ਬੈਨੀਫੀਸ਼ੀਅਲ ਹੈ ਇਹ ਚੈਪਟਰ। ਇਸ ਕਰਕੇ ਆਪਾਂ ਇਸ ਚੈਪਟਰ ਨੂੰ ਜੋ ਵੀ ਇੱਕ ਅੱਧਾ ਸਬ ਟੌਪਿਕ ਹੈ ਉਹ ਵੀ ਇਹਦੇ ਵਿੱਚ ਕਰਾਂਗੇ, ਠੀਕ ਹੈ ਜੀ। ਨਾਓ we will start our exercise 7.1। ਹੁਣ 7.1 ਐਕਸਰਸਾਈਜ਼ ਕਰਾਂਗੇ ਤਾਂ ਆਪਾਂ ਨੂੰ ਹੋਰ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ ਕਿ ਅਰੇਂਜਮੈਂਟਸ ਕੀ ਹੁੰਦੀਆਂ ਔਰ ਸਿਲੈਕਸ਼ਨ ਕੀ ਹੁੰਦੀ ਹੈ, ਠੀਕ ਹੈ ਜੀ। ਤਾਂ ਦੇਖੋ ਇਹਦੇ ਵਿੱਚ ਤਾਂ ਜ਼ਿਆਦਾ ਅਰੇਂਜਮੈਂਟਸ ਵਾਲੇ ਸਮ ਹੀ ਹੈ। 7.1 ਦੇ ਵਿੱਚ ਫਸਟ ਸਮ, how many 3-digit number can be formed from the digit 1, 2, 3, 4 and 5, assuming that repetition of the digit is allowed and repetition of the digit is not allowed, ਠੀਕ ਹੈ ਜੀ। ਹੁਣ ਆਪਾਂ ਨੂੰ ਇਹਦੇ ਵਿੱਚ 5 digits are given in the statement, ठीक है, and we will make 3-digit number, कि ਆਪਾਂ सिर्फ 3 digit ही यूज करने हैं और 3 digit नंबर बनाना है 1, 2, 3, 4 और 5 ਨੂੰ यूज करते हुए, ठीक है। ਤਾਂ फर्स्ट कंडीशन है कि repetition of the digit is allowed, कि रिपीट कर सकते हैं। ਜੇ ਮੰਨ ਲਓ ਤੁਸੀਂ 1, 2, 3 digit ਨੰਬਰ ਇਹ ਬਣਾ ਲਿਆ, ਠੀਕ ਹੈ, ਤਾਂ ਤੁਸੀਂ ਰਿਪੀਟ ਕਰ ਸਕਦੇ। ਜਿਵੇਂ 1 ਇੱਥੇ ਲਿਖਿਆ ਤਾਂ 1 ਇੱਥੇ ਵੀ ਲਿਖ ਸਕਦੇ ਹੋ, ਇੱਥੇ ਵੀ ਲਿਖ ਸਕਦੇ ਹੋ। ਇੱਥੇ ਜੇ ਮੰਨ ਲਓ ਤੁਹਾਡੇ ਕੋਲ 2 ਆ ਗਿਆ, ਠੀਕ ਹੈ, ਜਾਂ 2, 2, 3 ਆ ਗਿਆ, ਜਾਂ 3, 1, 3 ਆ ਗਿਆ, ਤਾਂ ਕਿਸੇ ਵੀ ਡਿਜਿਟ ਨੂੰ ਤੁਸੀਂ ਰਿਪੀਟ ਕਰ ਸਕਦੇ ਹੋ, ਠੀਕ ਹੈ ਜੀ। ਐਂਡ ਇਨ ਦ ਸੈਕਿੰਡ, ਰੈਪੀਟੇਸ਼ਨ ਆਫ ਦ ਡਿਜਿਟ ਇਜ਼ ਨੋਟ ਅਲਾਊਡ, ਮੀਨਸ ਕਿ ਕੋਈ ਵੀ ਡਿਜਿਟ ਰਿਪੀਟ ਨਹੀਂ ਹੋਣਾ ਚਾਹੀਦਾ। ਸਪੋਜ਼ ਤੁਸੀਂ 2 ਇੱਥੇ ਯੂਜ਼ ਕਰ ਲਿਆ ਤਾਂ 3, 1 ਦੇ ਵਿੱਚੋਂ ਹੀ ਯੂਜ਼ ਕਰਨਾ ਦੋਨਾਂ ਦੇ ਲਈ, ਨਾ ਕਿ ਤੁਸੀਂ 2 ਨੂੰ ਇੱਥੇ ਦੂਸਰੀ ਵਾਰ ਲਿਖ ਸਕਦੇ ਹੋ, ਠੀਕ ਹੈ ਜੀ। ਦੋਨਾਂ ਜਿਹੜੇ ਆਪਣੇ ਕੋਲ ਪਾਰਟਸ ਆ ਉਹਨਾਂ ਤੁਹਾਨੂੰ ਡਿਫਰੈਂਸ ਪਤਾ ਚੱਲ ਗਿਆ ਹੋਏਗੀ ਕਿ ਰੈਪੀਟੇਸ਼ਨ ਕੀ ਹੁੰਦਾ ਔਰ ਵਿਦਾਊਟ ਰੈਪੀਟੇਸ਼ਨ ਕੀ ਹੁੰਦਾ, ਠੀਕ ਹੈ ਜੀ। ਇਹ ਦੋ ਤਰ੍ਹਾਂ ਨਾਲ ਸਮ ਆਉਂਦੇ। ਤੇ ਦੇਖੋ ਜਿਹੜਾ ਆਪਣਾ ਸਮ ਹੈ ਫਸਟ, ਹਾਊ ਮੈਨੀ 3-digit number can be formed, first we will take 3 boxes because in the statement they said only make the 3-digit number। 3-digit number ਬਣਾਉਣ ਲਈ ਕਿਹਾ ਤਾਂ ਆਪਾਂ 3 boxes ਲਵਾਂਗੇ, 4 ਕਿਹਾ ਹੁੰਦਾ ਤਾਂ ਆਪਾਂ 4 boxes ਲੈ ਲੈਂਦੇ, ਠੀਕ ਹੈ ਜੀ। ਨਾਓ ਹਾਊ ਮੈਨੀ ਵੇਜ਼ ਟੂ ਫਿਲ ਦਾ ਫਸਟ ਬਾਕਸ, ਆਪਣੇ ਕੋਲ 5 ਡਿਜਿਟ ਹੈ ਤਾਂ ਇਹਨਾਂ ਦੇ ਵਿੱਚ ਆਪਾਂ 1 ਵੀ ਫਿਲ ਕਰ ਸਕਦੇ ਹਾਂ ਫਸਟ ਬਾਕਸ 'ਚ, 2 ਵੀ ਫਿਲ ਕਰ ਸਕਦੇ ਹਾਂ, 3 ਵੀ ਫਿਲ ਕਰ ਸਕਦੇ ਹਾਂ, 4 ਵੀ ਐਂਡ 5 ਵੀ। ਦੇਅਰ ਆਰ 5 ਵੇਜ਼ ਟੂ ਫਿਲ ਦਾ ਫਸਟ ਬਾਕਸ। ਸਿਮਿਲਰਲੀ in the second chapter we will fill 1, 2, 3, 4, 5, ठीक है, there are also 5 ways। in the third box same, there are 5 ways to fill the third box, ਠੀਕ ਹੈ। ਹੁਣ ਆਪਾਂ 5 ਵੇਜ਼ ਕਿਉਂ ਲਿਖੀ ਹੈ, ਕਿਉਂਕਿ ਇਹਨਾਂ ਨੇ ਕਿਹਾ ਕਿ ਜੋ ਵੀ ਡਿਜਿਟ ਹੈ ਉਹ ਆਪਾਂ ਰਿਪੀਟ ਕਰ ਸਕਦੇ ਹਾਂ। ਤਾਂ ਫਸਟ ਬਾਕਸ ਦੇ ਵਿੱਚ ਵੀ ਆਪਾਂ 1 ਤੋਂ ਲੈ ਕੇ 5 ਤੱਕ ਕੋਈ ਵੀ ਡਿਜਿਟ ਫਿਲ ਕਰ ਸਕਦੇ ਹਾਂ। ਸੈਕਿੰਡ ਬਾਕਸ ਦੇ ਵਿੱਚ ਵੀ 5 ਤੋਂ ਲੈ ਕੇ 1 ਤੋਂ ਲੈ ਕੇ 5 ਤੱਕ ਕੋਈ ਵੀ ਡਿਜਿਟ ਫਿਲ ਕਰ ਸਕਦੇ ਹਾਂ। ਔਰ ਇਨ ਦਾ ਥਰਡ ਬਾਕਸ we can also fill any digit from 1 to 5, ठीक है। now we write first place can be filled with 5 ways, ठीक है, first place 5 ways ਨਾਲ fill ਹੋ ਗਿਆ। and second place can be filled by 5 ways, ਇਹਦੇ ਵੀ 5 ways ਹੋ ਗਏ। and third place also can be filled by 5 way। ਤਾਂ ਤੁਸੀਂ ਜਦੋਂ ਵੀ ਇਹ ਸਮ ਕਰਨਾ ਹੈ ਪਹਿਲਾਂ ਬਾਕਸਿਸ ਬਣਾਓਗੇ, ਫਿਰ ਲਿਖੋਗੇ ਕਿ ਫਸਟ ਪਲੇਸ ਨੂੰ ਅਸੀਂ ਇੰਨੇ ਵੇਜ਼ ਨਾਲ ਫਿਲ ਕਰ ਸਕਦੇ ਹਾਂ, ਸੈਕਿੰਡ ਨੂੰ ਇੰਨੇ ਨਾਲ, ਥਰਡ ਨੂੰ ਇੰਨੇ ਨਾਲ, ਠੀਕ ਹੈ ਜੀ। ਨਾਓ ਟੋਟਲ ਨੰਬਰ ਆਫ ਵੇਜ਼ or you can say arrangements is equal to 5 multiply 5 multiply 5, 125। ਤਾਂ ਤੁਹਾਡੇ ਕੋਲ 125 ਵੇਜ਼ ਹੈ ਜਿਹਦੇ ਨਾਲ ਤੁਸੀਂ 3-digit ਨੰਬਰ ਬਣਾ ਸਕਦੇ ਹੋ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਨਾ ਕਿ ਮੰਨ ਲਓ ਤੁਸੀਂ 1, 1, 2 ਲਿਖ ਲਿਆ, 2, 2, 3 ਹੋ ਗਿਆ, 1, 2, 3 ਹੋ ਗਿਆ। ਤਾਂ ਇਸ ਤਰ੍ਹਾਂ ਦੇ ਕਿੰਨੇ ਤੁਹਾਡੇ ਕੋਲ ਵੇ ਆ ਰਹੇ ਹੈ 125
5 when repetition of the digit is allowed. Clear? In the second part it is given repetition is not allowed. ठीक है? In the same way we will take 3 boxes. फर्स्ट बॉक्स अगर आप मान लो फर्स्ट बॉक्स ਦੇ ਵਿੱਚ 1 ਫਿਲ ਕਰਤਾ, ਠੀਕ ਹੈ, ਫਸਟ ਬਾਕਸ ਦੇ ਵਿੱਚ ਮੈਂ 1 ਫਿਲ ਕਰਤਾ ਤਾਂ ਮੇਰੇ ਕੋਲ ਫਸਟ ਬਾਕਸ ਦੇ ਲਈ ਕਿੰਨੇ ਵੇ ਹੈ 1 ਵੀ ਫਿਲ ਕਰ ਸਕਦੀ ਹਾਂ ਮੈਂ 2 ਵੀ 3 4 5 ਠੀਕ ਹੈ ਤਾਂ ਮੇਰੇ ਕੋਲ 5 ਵੇਜ਼ ਹੈ ਠੀਕ ਹੈ ਮੰਨ ਲਓ ਮੈਂ ਇੱਕ ਡਿਜਿਟ 5 ਡਿਜਿਟਸ ਦੇ ਵਿੱਚੋਂ ਇੱਕ ਫਿਲ ਕਰਤਾ 1 ਨਾਓ ਹਾਊ ਮੈਨੀ ਡਿਜਿਟਸ ਆਰ ਲੈਫਟ 4 only 4 because in the statement it is given repetition of the digit is not allowed कि जो नंबर तुसी फर्स्ट बॉक्स दे विच फिल करता वो सैकेंड बॉक्स दे विच नहीं आना चाहिए ठीक है तो अपने कोल हुण इत्थे मैं 1 फिल करता तो मेरे कोल किहड़े-किहड़े डिजिट रह गए 2 3 4 5 I have only 4 ways to fill the second box. Suppose I am taking 2 in the second box. There are 4 way. Means कि 2 3 4 5 ਦੇ ਵਿੱਚੋਂ मैं कोई भी fill कर सकती सी ਤਾਂ ਹੁਣ देखो मेरा 1 भी फिक्स हो गया 2 भी फिक्स हो गया ਤਾਂ लास्ट बॉक्स ਲਈ किन्ने डिजिट रह गए 2 भी ਕੱਟਤਾ ਆਪਣੇ ਕੋਲ सिर्फ 3 ਤਾਂ किन्ने वे रह गए 3 ਤਾਂ कोई भी नंबर ਆਪਾਂ मान लो 3 फिल करता ਜਾਂ 4 भी कर सकते हैं 5 भी कर सकते हैं ठीक है now we will write first place can be filled by 5 ways, second place can be filled by 4 way and third place can be filled by 3 ways. Now total number of arrangements is equal to 5 multiply 4 multiply 3 that is 60 ठीक है 60 ways है ਜਦੋਂ ਆਪਾਂ ਕੀ 3 digit number ਬਣਾ ਸਕਦੇ ਹਾਂ and digits are not allowed repeat allowed repetition is not allowed. Clear to all? ठीक है जी next in the second sum how many 3 digit even number can be formed from the digit 1 2 up to 6 if the digit can be repeated ਹੁਣ ਇਹਦੇ ਵਿੱਚ ਵੀ ਕੀ ਹੈ ਕਿ ਆਪਾਂ 3 digit ਤਾਂ first we will take 3 boxes because in the statement they said 3 digit even number ठीक है जी 3 digit number बनाना है पहला तो आप 3 boxes ले ले हुण इन्होंने किया कि 3 digit even number होना चाहिए मीनस कि लास्ट ते 0 2 4 6 8 10 कि ए वाले बॉक्स दे विच 10 नहीं सॉरी 0 0 2 4 6 8 इन्हां दे विचों कोई भी डिजिट होना चाहिए ये फिक्स ही हो जाएगा ठीक है ਤਾਂ ਇੱਥੇ ਤਾਂ ਕੋਈ ਵੀ ਆ ਸਕਦਾ ਫਸਟ ਔਰ ਸੈਕਿੰਡ ਬਾਕਸ ਦੇ ਵਿੱਚ ਤਾਂ ਮੈਂ ਆਪਾਂ 3 ਬਾਕਸਿਸ ਲੈ ਲਏ ਠੀਕ ਹੈ ਨਾਓ the given digits are 1 to 6 so for the even number we can fill in the last box 2 4 and 6 ਠੀਕ ਹੈ ਤਾਂ ਆਪਣੇ ਕੋਲ 2 4 6 ਲਾਸਟ ਬਾਕਸ ਦੇ ਵਿੱਚ ਮੈਂ 2 4 and से फिल कर सकती हैं so I have only 3 ways to fill the last box because in the statement it is given to make an even number 3 digit even number तो last ते 2 4 6 ही होना चाहिए it means कि 2 4 और 6 तो अपने को फिक्स हो गई या तो 2 भी लवांगे या 4 या 6 और जो भी डिजिट है रिपीट होने चाहिए कैन भी रिपीटेड हो सकती है ठीक है जी तो मेरे को लास्ट बॉक्स के लिए 3 वेज हो गए ठीक है नाउ फॉर द फर्स्ट बॉक्स आई हैव 6 वे बिकॉज देयर आर 6 डिजिट ठीक है 6 डिजिट है तो 6 वे हो जाएंगे देखो फर्स्ट बॉक्स ਦੇ ਵਿੱਚ ਤਾਂ ਮੈਂ 1 भी फिल कर सकती हैं 2 भी फिल कर सकती हैं 3 भी 4 5 6 ਇਹ ਨਹੀਂ ਨਾ ਦਿੱਤਾ ਕਿ ਰਿਪੀਟ ਨਹੀਂ ਕਰਨਾ अगर रिपीट नहीं करना क्या होंगे फिर तो अपने को 3 फिक्स हो गए एक डिजिट फिक्स हो गए तो 5 रह जाते ठीक है तो आप नॉट रैपिटेशन वाला सम भी उपर भी किया अगे करांगे तो आपको होर क्लीयर हो जाएगा ठीक है जी नाउ देयर आर 6 वेज टू फिल द फर्स्ट बॉक्स ठीक है मैं मान लो इत्थे 1 फिक्स करता ठीक है हुण 6 जो सैकेंड बॉक्स है वो भी 1 to 6 चो कोई भी डिजिट आ सकता तो 6 वेज ही वो हो गए दैन
ਤੁਸੀਂ ਇਹ ਲਿਖਣਾ ਹੈ, ਮੈਂ ਸ਼ਾਰਟ ਦੇ ਵਿੱਚ ਕਰਵਾਏ ਵੇ ਸਮ ਸਿਰਫ ਸਮਝਾਉਣ ਦੇ ਲਈ। ਤੁਸੀਂ ਪੂਰਾ ਲਿਖੋਗੇ। ਫਰਸਟ ਬਾਕਸ ਕੈਨ ਬੀ ਫਿਲਡ ਬਾਈ 6 ਵੇਜ਼, second box can be filled by 6 ways, and third box can be filled by 3 ways, because it is given to make a even 3-digit even number। clear है? ਇੱਕ ਵਾਰ ਫਿਰ ਦੇਖੋ, ਕਿਉਂਕਿ ਆਪਾਂ ਨੂੰ ਈਵਨ ਨੰਬਰ ਕਿਹਾ ਤਾਂ ਇਹਨਾਂ ਨੰਬਰਸ ਦੇ ਵਿੱਚੋਂ ਕਿਹੜੇ ਕਿਹੜੇ ਈਵਨ ਨੰਬਰ ਹੈ? 2 4 6 3। ਲਾਸਟ ਬਾਕਸ 3 ਪਲੇਸਿਸ ਨਾਲ ਫਿਲ ਕਰ ਸਕਦੇ ਹਾਂ। ਫਸਟ ਦੇ ਲਈ 6 ਹੈ, ਸੈਕਿੰਡ ਲਈ 6 ਹੈ, ਫਿਰ ਮਲਟੀਪਲਾਈ ਕਰ ਦੋ। ਦੇयर ਆਰ 108 ways to make 3-digit even number। clear to all? now third sum is, in the third sum, how many 4 letters chord can be formed using the first 10 letters of the English alphabet if no letter can be repeated। कि कोई भी letter repeat नहीं होना चाहिए तो किन्ने number of ways नाल आपां 4 letter chord बना सकते हैं। ठीक है जी, जिवें तुहानूं कहा सी ना कि आपां kite, ठीक है, sentence आ ਤਾਂ ਤੁਹਾਡੇ ਕੋਲ 10 ਲੈਟਰਸ ਗਿਵਨ ਹੈ, ਉਹਦੇ ਵਿੱਚੋਂ ਆਪਾਂ 4 ਲੈਟਰਸ ਲੈ ਲਏ। ਠੀਕ ਹੈ, 6 ਲੈਟਰਸ ਤਾਂ ਹੋਰ ਹੈਗੀ ਹੈ ਨਾ ਆਪਾਂ ਨੂੰ, ਤਾਂ 10 ਟੋਟਲ ਲੈਟਰਸ ਦੇ ਵਿੱਚੋਂ ਜਿਵੇਂ ਤੁਸੀਂ ਕਾਈਟ ਬਣਾ ਲਿਆ, ਠੀਕ ਹੈ, ਜਾਂ ਅੱਗੇ ਤੁਸੀਂ ਹੋਰ ਉਹਨਾਂ 10 ਲੈਟਰਸ ਦੇ ਵਿੱਚੋਂ ਹੀ ਨਿਊ ਅਲਫਾਬੈਟ ਲੈ ਕੇ ਤੁਸੀਂ ਕੋਈ ਵੀ ਇੱਕ ਵਰਡ ਬਣਾਉਣਾ, ਤਾਂ ਕੋਈ ਵੀ ਅਲਫਾਬੈਟ ਰਿਪੀਟ ਹੋ ਸਕਦਾ ਹੈ। ਨੋ ਲੈਟਰ ਕੈਨ ਵੀ ਰਿਪੀਟਡ, ਕਿ ਕੋਈ ਵੀ ਲੈਟਰ ਕभी ਰਿਪੀਟ ਨਹੀਂ ਹੋਣਾ ਚਾਹੀਦਾ। ਤਾਂ ਫਸਟ ਵੀ ਵਿਲ ਟੇਕ 4 ਬਾਕਸਿਸ ਬਿਕੋਜ਼ 4 ਲੈਟਰ ਕੋਡ ਕੈਨ ਬੀ ਫੋਰਮਡ। ਠੀਕ ਹੈ, ਬਣਾਉਣਾ ਆਪਾਂ ਤਾਂ 4 ਬਾਕਸਿਸ ਲਵਾਂਗੇ। ਵੈਰੀ ਫਸਟ ਬਾਕਸਿਸ ਦੇ ਲਈ ਕਿੰਨੇ ਵੇ ਹੈ? 1 to 10 ਆਪਣੇ ਕੋਲ ਟੋਟਲ ਅਲਫਾਬੈਟ ਹੈ, ਤਾਂ ਫਸਟ ਲਈ ਤਾਂ 10 ਆਪਸ਼ਨਸ ਹੋ ਗਈਆਂ ਨਾ। ਮੰਨ ਲਓ A B C D E F, ਫਸਟ 10 ਲੈ ਲਏ, ਤਾਂ ਫਸਟ ਬਾਕਸ ਲਈ ਤਾਂ 10 ਆਪਸ਼ਨਸ ਹੋ ਗਈਆਂ ਨਾ, ਕਿ ਆਪਾਂ ਫਸਟ 10 ਚੋਂ ਕੋਈ ਵੀ ਫਿਲ ਕਰ ਸਕਦੇ ਹਾਂ। ਸਪੋਜ਼ ਆਪਾਂ B ਫਿਕਸ ਕਰਤਾ, ਠੀਕ ਹੈ, 10 ਫਸਟ 10 ਜੋ ਆਪਣੇ ਕੋਲ ਅਲਫਾਬੈਟ ਉਹਦੇ 'ਚ B ਫਿਕਸ ਹੋ ਗਿਆ, ਤਾਂ ਹੁਣ ਕਿੰਨੇ ਰਹਿ ਗਏ ਆਪਣੇ ਕੋਲ? 9 ਅਲਫਾਬੈਟ ਹੀ ਰਹਿ ਗਏ ਨਾ। ਠੀਕ ਹੈ, ਤਾਂ ਸੈਕਿੰਡ ਬਾਕਸ ਦੇ ਵਿੱਚ ਮੰਨ ਲਓ ਮੈਂ ਹੋਰ C ਫਿਲ ਕਰਤਾ, ਤਾਂ ਹੁਣ ਮੇਰੇ ਕੋਲ ਥਰਡ ਬਾਕਸ ਲਈ ਕਿੰਨੇ ਵੇ ਰਹਿ ਗਏ? 8 ਰਹਿ ਗਏ। ਸਿਮਿਲਰਲੀ ਲਾਸਟ ਲਈ ਕਿੰਨੇ ਰਹਿ ਗਏ? 7, ਕਿਉਂਕਿ ਆਪਾਂ ਨੂੰ ਕਿਹਾ ਕਿ ਨੋ ਲੈਟਰ ਕੈਨ ਵੀ ਰਿਪੀਟਡ। ਅਗਰ ਇਹਨਾਂ ਨੇ ਕਿਹਾ ਹੁੰਦਾ ਕਿ ਕੈਨ ਵੀ ਰਿਪੀਟਡ, ਤਾਂ ਤੁਸੀਂ 10 ਫਸਟ ਲਈ ਵੀ 10 ਵੇਜ਼ ਹੈ, ਸੈਕਿੰਡ ਲਈ ਵੀ 10 ਵੇਜ਼ ਹੈ, ਥਰਡ ਲਈ ਵੀ 10 ਵੇਜ਼ ਹੈ, ਫੋਰਥ ਲਈ ਵੀ 10 ਵੇਜ਼ ਹੈ। ਇਸ ਤਰ੍ਹਾਂ ਆਪਾਂ ਲਿਖ ਸਕਦੇ ਸੀ। ਠੀਕ ਹੈ, ਬਟ ਇਨ ਦਾ ਸਟੇਟਮੈਂਟ ਇਟ ਇਜ਼ ਗਿਵਨ ਨੋ ਲੈਟਰ ਕੈਨ ਵੀ ਰਿਪੀਟਡ, ਤਾਂ ਆਪਾਂ ਸੇਮ ਉਵੇਂ ਲਿਖਾਂਗੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਸ਼ਾਰਟ ਦੇ ਵਿੱਚ ਲਿਖਿਆ, ਤੁਹਾਨੂੰ ਸਿਰਫ ਸਮਝਾਉਣ ਦੇ ਲਈ। ਤੁਸੀਂ ਪੂਰਾ ਬਰੀਫਲੀ ਨਾਲ ਇਹਨੂੰ ਲਿਖੋਗੇ। ਫਸਟ ਬਾਕਸ ਕੈਨ ਬੀ ਫਿਲਡ ਬਾਈ 10 ਵੇਜ਼, ਸੈਕਿੰਡ ਬਾਕਸ ਕੈਨ ਬੀ ਫਿਲਡ ਬਾਈ 9 ਵੇਜ਼, third box can be filled by 8 ways, fourth box can be filled by 7 ways। So total number of ways multiply, then we get 5040 ways to make a 4 letter code word। clear to all? Now next, for sum, how many 5-digit telephone numbers can be constructed using the digit 0 to 9 if each number starts with 67 and no digit appears more than once? ਦੇਖੋ ਹੁਣ ਆਪਾਂ ਨੂੰ ਕਿਹਾ ਕਿ ਇੱਕ 5-digit ਟੈਲੀਫੋਨ ਨੰਬਰ ਆਪਾਂ ਕੰਸਟਰਕਟ ਕਰਨਾ ਹੈ, ਔਰ ਉਹਦੇ ਵਿੱਚ 0 ਤੋਂ ਲੈ ਕੇ 9 ਤੱਕ ਡਿਜਿਟ ਲੈਣੇ ਆ। ਡਿਜਿਟ ਆਪਣੇ 0 to 9 ਹੀ ਹੁੰਦੇ ਆ ਨਾ। ਔਰ ਜੋ ਫਸਟ ਬਾਕਸ ਹੈ, ਜਾਂ ਆਪਾਂ ਕਹਦੇ ਕਿ ਜੋ ਵੀ ਨੰਬਰ ਆਪਾਂ ਟੈਲੀਫੋਨ ਦਾ ਸਟਾਰਟ ਕਰਨਾ ਉਹ 67 ਤੋਂ ਹੀ ਸਟਾਰਟ ਹੋਣਾ ਚਾਹੀਦਾ। ਇਟ ਮੀਨਸ ਇਫ ਵੀ ਆਰ ਟੇਕਿੰਗ 5 ਬਾਕਸਿਸ, then its first 2 boxes filled with 6 and 7, कि 67 ही होना चाहिए स्टार्टिंग दे विच। ठीक है जी, ਤਾਂ ਕਿੰਨੇ ਹੋਰ ਡਿਜਿਟ ਨਾਲ, ਕਿੰਨੇ ਹੋਰ ਵੇ ਨਾਲ ਆਪਾਂ ਇਹ 5 ਡਿਜਿਟ ਨੰਬਰ ਨੂੰ ਬਣਾ ਸਕਦੇ ਹਾਂ ਟੈਲੀਫੋਨ ਨੰਬਰ ਨੂੰ। ਔਰ 9 ਡਿਜਿਟ ਕੈਨ ਬੀ ਰਿਪੀਟਡ, ਔਰ ਕੋਈ ਵੀ ਡਿਜਿਟ ਰਿਪੀਟ ਨਹੀਂ ਹੋਣਾ ਚਾਹੀਦਾ। ਦੇਖੋ 67 ਮੈਂ ਫਸਟ ਦੇ ਵਿੱਚ ਫਿਕਸ ਕਰਤਾ, ਮੰਨ ਲਓ ਸੈਕਿੰਡ ਬਾਕਸ ਦੇ ਵਿੱਚ ਮੈਂ 1 ਲਿਖਤਾ, ਇਹਦੇ 'ਚ 2 ਲਿਖਤਾ, ਇਹਦੇ 'ਚ 3 ਲਿਖਤਾ। ਠੀਕ ਹੈ, ਤਾਂ ਮੰਨ ਲਓ ਨੈਕਸਟ ਐਗਜ਼ਾਮਪਲ ਲੈਂਦੇ ਹਾਂ। ਵੈਸੇ ਆਪਾਂ ਬਣਾ ਕੇ ਨਹੀਂ ਇਸ ਤਰ੍ਹਾਂ ਦੇਖਣੇ, ਕਿਉਂਕਿ ਬਹੁਤ ਟਾਈਮ ਲੱਗ ਜਾਏਗਾ, ਤਾਂ ਇਹਦਾ ਇਸੇ ਲਈ ਆਪਾਂ ਪਰਮੂਟੇਸ਼ਨ ਯੂਜ਼ ਕਰਦੇ ਹਾਂ। ਮੰਨ ਲਓ ਇਹਦੇ ਵਿੱਚ ਮੈਂ 2 ਫਿਕਸ ਕਰਤਾ, ਇਹਦੇ ਵਿੱਚ 3 ਫਿਕਸ ਕਰਤਾ,
ਇਹਦੇ ਵਿੱਚ 5 ਫਿਕਸ ਕਰਨਾ, ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਕਿੰਨੇ ਨੰਬਰ ਬਣਾ ਸਕਦੇ ਹਾਂ ਵਿਚ ਸਟਾਰਟਸ ਵਿਦ 67। ਤਾਂ ਹੁਣ ਦੇਖੋ ਫਸਟ ਬਾਕਸ ਦੇ ਵਿੱਚ 6 ਕਿਹਾ, ਇਟ ਮੀਨਸ ਕਿ 1 ਵੇ ਹੀ ਹੈ ਕਿ 6 ਹੀ ਫਿਲ ਕਰਨਾ ਹੈ। ਸੈਕਿੰਡ ਬਾਕਸ ਦੇ ਲਈ ਵੀ 1 ਵੇ ਹੈ ਕਿ 7 ਹੀ ਫਿਲ ਕਰਨਾ। ਹੁਣ ਥਰਡ ਬਾਕਸ ਦੇ ਲਈ 10 ਆਪਣੇ ਕੋਲ ਟੋਟਲ digits ਸੀ 0 to 1, 0 1 2 3 4 5 6 7 8 9, there are 10 digits, ਠੀਕ ਹੈ। 10 digits ਦੇ ਵਿੱਚੋਂ 2 digit ਆਪਣੇ ਫਿਕਸ ਹੋ ਗਏ, 10 ਦੇ ਵਿੱਚੋਂ 2 digit ਫਿਕਸ ਹੋ ਗਏ, ਤਾਂ ਕਿੰਨੇ digit ਆਪਣੇ ਕੋਲ ਰਹਿ ਗਏ? 8 ਰਹਿ ਗਏ ਨਾ। ਹੁਣ 8 digits ਦੀ ਆਪਸ਼ਨ ਹੈ ਥਰਡ ਲਈ, ਥਰਡ ਬਾਕਸ ਕੈਨ ਬੀ ਫਿਲਡ ਵਿਦ 8 digits, ठीक है। एंड फोर्थ बॉक्स कैन बी फिल्ड विद 7 digit बिकॉज रेपिटेशन ऑफ द डिजिट्स आर नॉट अलाउड, ठीक है। जे अलाउड होंगी फिर थर्ड ਲਈ फोर्थ ਲਈ भी 8 वेज हो जाते, ठीक है। इफ रेपिटेशन इज अलाउड then for the last there are 8 ways, ठीक है। but in the statement it is given repetition of the digits is not repeated, ਤਾਂ firstly 8 है, ਆਪਾਂ ਇੱਕ ਫਿਕਸ ਕਰਤਾ ਤਾਂ ਆਪਣੇ ਕੋਲ 7 ਲੈਟਰਸ ਹੀ ਰਹਿ ਗਏ, 7 ਡਿਜਿਟਸ ਰਹਿ ਗਏ, 7 ਦੇ ਵਿੱਚੋਂ ਫਿਰ ਇੱਕ ਫਿਕਸ ਕਰਤਾ 6 ਰਹਿ ਗਏ, ਤਾਂ ਟੋਟਲ ਨੰਬਰ ਆਫ ਵੇਜ਼ ਕਿੰਨੇ ਹੋ ਗਏ? 1 multiply 6 8 6 that is 336, clear to all? Now fifth sum, a coin is tossed 3 times and the outcomes are recorded, how many possible outcomes are there, ठीक है। coin ਨੂੰ 3 times toss ਕੀਤਾ ਗਿਆ, ठीक है। 3 times toss ਕੀਤਾ ਤਾਂ ਆਪਾਂ 3 boxes ਲਵਾਂਗੇ, and how many possible outcomes are there, ਕਿੰਨੀਆਂ outcomes ਹੋ ਸਕਦੇ? ਦੇਖੋ ਫਸਟ ਬਾਕਸ ਲਈ ਵੀ 2 ਹੋ ਸਕਦੀਆਂ, head or tail, ਸੈਕਿੰਡ ਲਈ ਵੀ head or tail ਹੋ ਸਕਦੀ ਹੈ, ਥਰਡ ਲਈ ਵੀ tail ਹੋ ਸਕਦੀ ਹੈ, ਤਾਂ total number of ways is equal to 2 multiply 2 2 which is 8, ਤਾਂ ਉਵੇਂ ਲਿਖੋਗੇ ਤੁਸੀਂ, first box can be filled by 2 ways, second 2 ways and third box also can be filled by 2 ways, the total number of ways 8, clear? Now in the sixth sum, given 5 flags of different colors, how many different colors signals can be generated if each signal requires the use of 2 flags and below the other, ठीक है। ਤਾਂ ਆਪਣੇ ਕੋਲ 5 ਕਲਰ ਗਿਵਨ, ਆਪਾਂ ਨੂੰ 5 ਡਿਫਰੈਂਟ ਕਲਰਸ ਗਿਵਨ ਹੈ ਫਲੈਗ ਬਣਾਉਣ ਦੇ ਲਈ। ਉਹ ਕਹਿੰਦੇ ਕਿ ਤੁਸੀਂ ਸਿਰਫ ਜੋ ਫਲੈਗ ਬਣਾਉਣਾ ਹੈ 2 ਸਿਗਨਲਸ ਲੈਣੇ ਆ ਤੁਸੀਂ, ਈਚ ਸਿਗਨਲਸ ਰਿਕੁਆਇਰਡ ਟੂ ਦ ਯੂਜ਼ ਆਫ 2 ਫਲੈਗਸ, ਠੀਕ ਹੈ। 2 ਫਲੈਗਸ ਆਪਾਂ ਬਣਾਉਣੇ ਹੈ, ठीक है। 1 ਦੇ ਨੀਚੇ ਸੈਕਿੰਡ ਮੀਨਸ ਕੀ ਆ, ਫਸਟ ਫਲੈਗ ਸੈਕਿੰਡ ਫਲੈਗ ਡਿਫਰੈਂਟ ਕਲਰ ਦੇ ਲੈਣੇ ਆ। ਤਾਂ ਦੇਖੋ ਹੁਣ ਇਹਨਾਂ ਨੇ ਕਿਹਾ 1 ਬਿਲੋ ਦਾ ਅਦਰ, ਇੱਕ ਦੇ ਨੀਚੇ ਦੂਸਰਾ, ਹੁਣ ਡਿਫਰੈਂਟ ਕਲਰਸ, ਤਾਂ ਡਿਫਰੈਂਟ ਕਲਰਸ ਨੂੰ ਜੇ ਆਪਾਂ ਡਿਜਿਟ ਜਾਂ ਅਲਫਾਬੈਟ ਦੇ ਅਕੋਰਡਿੰਗ ਕੰਪੇਅਰ ਕਰੀਏ ਤਾਂ ਇਟ ਮੀਨਸ ਰੈਪੀਟੇਸ਼ਨ ਇਜ਼ ਨੋਟ ਅਲਾਉਡ, ਰਿਪੀਟ ਨਹੀਂ ਹੋਣਾ ਚਾਹੀਦਾ। ਮੀਨਸ ਕਿ ਫਸਟ ਜਿਹੜਾ ਫਲੈਗ ਹੈ ਕੈਨ ਬੀ ਫਿਲਡ ਵਿਦ 5 ਡਿਫਰੈਂਟ ਕਲਰਸ ਐਂਡ ਸੈਕਿੰਡ ਬਾਕਸ 4, ਇੱਕ ਕਲਰ ਤਾਂ ਇੱਥੇ ਫਿਕਸ ਹੋ ਗਿਆ ਨਾ ਫਸਟ ਦੇ ਵਿੱਚ, ਤਾਂ ਸੈਕਿੰਡ ਲਈ ਕਿੰਨੇ ਆਪਸ਼ਨ ਰਹਿ ਗਏ? 4 ਰਹਿ ਗਏ, ਠੀਕ ਹੈ ਜੀ। ਤਾਂ ਟੋਟਲ ਨੰਬਰ ਆਫ ਵੇਜ਼ 4 multiply 5 that is 20, ਤਾਂ ਤੁਸੀਂ ਇਹਨੂੰ ਵੀ ਲਿਖੋਗੇ the upper vacant place can be filled in 5 different ways and lower vacant place can be filled in 4 ways, ਠੀਕ ਹੈ ਜੀ। ਮੰਨ ਲਓ ਇਹ ਆਪਾਂ ਹੋਰ ਕਲੀਅਰ ਕਰਦੇ ਇਹਨੂੰ, ਤੁਹਾਡੇ ਕੋਲ 4 ਬਾਲਸ ਅਲੱਗ ਅਲੱਗ ਕਲਰ ਦੀਆਂ, ਰੈਡ 3 ਬਾਲਸ ਹੈ, ਰੈਡ ਬਲੂ ਯੈਲੋ, ਠੀਕ ਹੈ। ਅਗਰ ਮੈਂ ਤੁਹਾਨੂੰ ਕਹਿ ਦਾਂ ਕਿ ਇਹਦੇ ਵਿੱਚੋਂ ਤੁਸੀਂ 2 ਬਾਲਸ ਕੱਢਣੀਆਂ ਔਰ ਜੋ ਬਾਲ ਕੱਢ ਲਿਓ ਤੁਹਾਡੇ ਕੋਲ, ਮਤਲਬ ਉਹ ਮੀਨਸ ਕਿ ਰੈਪੀਟੇਸ਼ਨ ਇਜ਼ ਨੋਟ ਅਲਾਉਡ, ਉਹ ਬਾਲ ਆਪਾਂ ਦੂਸਰੀ ਵਾਰ ਬਾਕਸ ਦੇ ਵਿੱਚ ਨਹੀਂ ਪਾਉਣੀ। ਮੰਨ ਲਓ ਤੁਸੀਂ ਫਸਟ ਟਾਈਮ ਰੈੱਡ ਬਾਲ ਕੱਢ ਲਈ, ਰੈੱਡ ਬਾਲ ਜਦੋਂ ਤੁਸੀਂ ਬਾਕਸ ਦੇ ਵਿੱਚ, ਰੈੱਡ ਬਾਲ ਵੀ ਹੈ, ਬਲੂ ਵੀ ਹੈ, ਯੈਲੋ ਵੀ ਹੈ, ਠੀਕ ਹੈ। ਰੈੱਡ ਬਾਲ ਜਦੋਂ ਤੁਸੀਂ ਫਸਟ ਟਾਈਮ ਕੋਈ ਬਾਲ ਨਿਕਾਲਣੀ ਹੈ ਤਾਂ ਤੁਹਾਡੇ ਕੋਲ ਕਿੰਨੀਆਂ ਆਪਸ਼ਨਸ ਹੈ? 3 ਆਪਸ਼ਨਸ ਹੈ ਨਾ, ਰੈੱਡ ਬਲੂ ਯੈਲੋ, ਠੀਕ ਹੈ। ਹੁਣ ਰੈੱਡ ਬਾਲ ਕੱਢ ਕੇ ਤੁਸੀਂ ਇੱਥੇ ਸਾਈਡ ਤੇ ਰੱਖਤੀ, ਠੀਕ ਹੈ ਜੀ। ਹੁਣ ਤੁਹਾਡੇ ਕੋਲ ਬਾਕਸ ਦੇ ਵਿੱਚ ਕਿੰਨੀਆਂ ਬਾਲਸ ਰਹਿ ਗਈਆਂ? 2 ਰਹਿ ਗਈਆਂ, 2 ਬਾਲਸ ਰਹਿ ਗਈਆਂ। ਹੁਣ 2 ਬਾਲਸ ਦੇ ਵਿੱਚੋਂ
ਤੁਸੀਂ ਮੀਨਸ ਕਿ ਮੈਂ ਤੁਹਾਨੂੰ ਕਹਿੰਦਾ ਬਲੂ ਬਾਲ ਕੱਢਣੀ ਹੈ ਜਾਂ ਸੈਕਿੰਡ ਬਾਲ ਕੱਢਣੀ ਹੈ ਤਾਂ ਤੁਹਾਡੇ ਕੋਲ 2 ਹੀ ਆਪਸ਼ਨ ਰਹਿ ਜਾਣਗੇ ਨਾ, ਬਿਕੋਜ਼ ਰੈਪੀਟੇਸ਼ਨ ਇਜ਼ ਨੋਟ ਅਲਾਉਡ। ਇਸੇ ਤਰ੍ਹਾਂ ਦੇ ਸਮ ਹੈ। ਠੀਕ ਹੈ ਜੀ, ਕਲੀਅਰ ਹੈ। ਥੈਂਕਸ ਟੂ ਆਲ।